स्वागत है जी तुहाडा सब दा मेरे यूट्यूब चैनल रावी एजुकेशन दे उपर। लास्ट वाली वीडियो सी जो अपनी उहदे विच आपां खिलजी वंश कंप्लीट कर लिया सी। अलाउद्दीन खिलजी सी जिहड़ा मेन शासक उन्हां दा, वो 1316 दे विच उहदी मौत हो गई सी ते उस तो बाद 1320 तक 1316 तो लैके 20 तक खिलजी वंश के शासक सीगे शाबुद्दीन उमर, मुबारक शाह ते खुसरो खां। उन्हां ने राज कीता सी ते 1320 ਦੇ ਵਿੱਚ गाजी तुगलक ने खुसरो खां ਨੂੰ कतल करता सी ते उस तो बाद ਉਹ गद्दी ते बैठ गया सी। इस तरह फिर खिलजी वंश सी ਜਿਹੜਾ ਉਹ खत्म हो गया सी ते तुगलक वंश की स्थापना हो गई सी। ਅੱਜ ਦੀ ਜੋ ਆਪਣੀ ਵੀਡੀਓ ਆ ਉਹਦੇ ਵਿੱਚ ਆਪਾਂ तुगलक वंश ਬਾਰੇ ਪੜਾਂਗੇ। तुगलक वंश ਸੀ ਜਿਹੜਾ 1320 ਤੋਂ ਸ਼ੁਰੂ ਹੋਇਆ ਸੀ। 1320 ਦੇ ਵਿੱਚ गाजी तुगलक ने ਇਹਦੀ ਨੀਂਹ ਰੱਖੀ ਸੀ। ਉਹਨੂੰ ਗਿਆਸੂਦੀਨ तुगलक भी ਕਿਹਾ ਜਾਂਦਾ ਹੈ। 1320 ਤੋਂ ਲੈ ਕੇ 1326 तक उन्हें राज किया सी। उस तो बाद फिर मुहम्मद बिन तुगलक 1325 तो लैके 1351 तक रहा। उस तो बाद फिरोज तुगलक 15वीं सदी के पहले भाग दे विच जिहड़ा तुगलक वंश सीगा वो खत्म हो गया सी। अज दी जो अपनी वीडियो आ इहदे विच आपां पढ़ांगे गियासुद्दीन तुगलक बारे। तुगलक वंश की जिन्हें स्थापना की सी, पहला शासक सी ओह 1320 तो लैके 1325 तक रहा सीगा। ਉਹਦਾ ਮੁੱਢਲਾ ਨਾਂ ਸੀ ਜਿਹੜਾ ਉਹ गाजी तुगलक ਸੀਗਾ। ਇਹਦੇ तुगलक ਦੇ ਕਰਕੇ ਇਸ ਵੰਸ਼ ਦਾ ਨਾਮ ਵੀ तुगलक वंश ਪੈ ਗਿਆ ਸੀਗਾ। ਉਹਦਾ ਪਿਤਾ ਸੀ ਜਿਹੜਾ ਉਹ ਬਲਬਨ ਦਾ ਇੱਕ ਦਾਸ ਸੀ ਤੇ ਮਾਤਾ ਸੀ ਜਿਹੜੀ ਉਹਦੀ ਪੰਜਾਬ ਦੇ ਕਿਸੇ ਜੱਟ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਤੇ ਉਹਨੇ ਜਲਾਲੂਦੀਨ ਖਿਲਜੀ ਦੇ ਸਮੇਂ ਵਿੱਚ ਵੀ ਇੱਕ ਸੈਨਿਕ ਵਜੋਂ ਸੇਵਾਵਾਂ ਦਿੱਤੀਆਂ ਸੀਗੀਆਂ। ਕਾਫੀ ਯੋਗ ਸੀ, ਬਹਾਦਰ ਸੀ ਤੇ ਮਿਹਨਤ ਦੇ ਨਾਲ ਉਹ ਕਾਫੀ ਉੱਚੇ ਉੱਚੇ ਅਹੁਦਿਆਂ ਤੇ ਪਹੁੰਚ ਗਿਆ ਸੀ। ਉਹ ਤੋਂ ਬਾਅਦ ਫਿਰ ਉਲਗ ਖਾਨ ਦੀ ਅਗਵਾਈ ਦੇ ਵਿੱਚ ਉਹਨੇ ਇੱਕ ਕਿਲਾ ਜਿੱਤਿਆ ਸੀਗਾ ਰਣਥੰਭੌਰ ਦਾ। ਅਲਾਉਦੀਨ ਖਿਲਜੀ ਉਹਦੇ ਜਿਹੜੇ ਗੁਣ ਸੀਗੇ ਉਹਨਾਂ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਗਿਆ ਸੀ। ਇਸ ਕਰਕੇ ਉਹਨੂੰ ਪਹਿਲਾਂ ਮੁਲਤਾਨ ਤੇ ਉਹ ਤੋਂ ਪਿੱਛੋਂ ਦੀਪਾਲਪੁਰ ਦਾ ਸੂਬੇਦਾਰ ਬਣਾਤਾ ਸੀ। ਉਹਨੇ ਮੰਗੋਲਾਂ ਨੂੰ 29 ਵਾਰੀ ਹਰਾਤਾ ਸੀ। ਉਸ ਤੋਂ ਬਾਅਦ ਫਿਰ गाजी तुगलक ਨੇ ਖੁਸਰੋ ਸ਼ਾਹ ਨੂੰ 5 ਸਤੰਬਰ 1320 ਨੂੰ ਦਿੱਲੀ ਦੇ ਨੇੜੇ ਹਰਾ ਕੇ ਮੌਤ ਦੇ ਘਾਟ ਉਤਾਰਤਾ ਸੀ। ਤੇ ਅੱਜ ਦੇ ਜਿਹੜੇ ਮੇਨ ਟੌਪਿਕ ਨੇ ਇਹਦੇ ਵਿੱਚ गाजी तुगलक ਨਾਲ ਸੰਬੰਧਿਤ ਕਰਨੇ ਆਪਾਂ ਨੇ ਗਿਆਸੁਦੀਨ तुगलक ਨਾਲ ਸੰਬੰਧਿਤ। ਉਹ ਹੈਗੇ ਆ ਸਭ ਤੋਂ ਪਹਿਲਾਂ ਉਹਦਾ ਜੀਵਨ, ਉਸ ਤੋਂ ਬਾਅਦ ਜਦੋਂ ਉਹ ਗੱਦੀ ਤੇ ਬੈਠਾ ਤਾਂ ਉਹਨੂੰ ਕਿਸ ਤਰ੍ਹਾਂ ਦੀਆਂ ਔਕੜਾਂ ਸੀ ਜਿਹੜੀਆਂ ਉਹਨਾਂ ਦਾ ਸਾਹਮਣਾ ਕਰਨਾ ਪਿਆ, ਉਹਨੇ ਰਾਜ ਪ੍ਰਬੰਧ ਕਿਸ ਤਰ੍ਹਾਂ ਚਲਾਇਆ, ਕਿਸ ਤਰ੍ਹਾਂ ਉਹਦੇ ਵਿੱਚ ਸੁਧਾਰ ਕੀਤੇ, ਖੇਤੀਬਾੜੀ ਸੰਬੰਧੀ ਕਿਵੇਂ ਸੁਧਾਰ ਕੀਤੇ, ਸੂਫੀ ਸੰਤਾਂ ਤੋਂ ਧਨ ਕਿਉਂ ਵਾਪਸ ਲਿਆ ਉਹਨੇ, ਤੇ ਨਿਆਂ ਸੰਬੰਧੀ ਸੁਧਾਰ ਸੀ, ਡਾਕ ਵਿਵਸਥਾ, ਸੈਨਿਕ ਸੁਧਾਰ, ਵਿਦੇਸ਼ ਨੀਤੀ ਦੇ ਰਾਹੀਂ ਉਹਨੇ ਕਿਹੜੇ ਕਿਹੜੇ ਦੇਸ਼ਾਂ ਦੇ ਉੱਪਰ ਜਿੱਤ ਪ੍ਰਾਪਤ ਕੀਤੀ, ਤੇ ਉਸ ਤੋਂ ਨੈਕਸਟ ਹੈ ਉਹਦੀ ਮੌਤ ਕਿਵੇਂ ਹੋਈ, ਗਿਆਸੁਦੀਨ ਤੁਗਲਕ ਦੇ ਬਾਰੇ। ਤੇ ਉਸ ਤੋਂ ਨੈਕਸਟ ਜੋ ਵੀਡੀਓ ਹੋਊਗੀ ਉਹ ਆਪਾਂ ਬਣਾਵਾਂਗੇ ਮੁਹੰਮਦ ਬਿਨ ਤੁਗਲਕ ਦੇ ਬਾਰੇ। ਤੇ ਫਸਟ 'ਤੇ ਹੈ ਤਖਤ ਨਸ਼ੀਨੀ। ਜਦੋਂ ਖੁਸਰੋ ਸ਼ਾਹ ਹਾਰ ਗਿਆ ਸੀ ਤੇ ਉਹਦੀ ਮੌਤ ਹੋ ਗਈ ਸੀ, ਉਦੋਂ ਬਾਅਦ गाजी तुगलक ਸੀ ਜਿਹੜਾ ਉਹ ਦਿੱਲੀ ਦੇ ਵਿੱਚ ਵੜ ਗਿਆ ਸੀ। ਕਿ ਐਂ ਕਹਿੰਦੇ ਨੇ ਕਿ ਉਹ ਰਾਜਗੱਦੀ 'ਤੇ ਬੈਠਣਾ ਨਹੀਂ ਚਾਹੁੰਦਾ ਸੀ, ਪਰ ਜਿਹੜੇ ਤੁਰਕੀ ਸਰਦਾਰ ਸੀ ਉਹਨਾਂ ਨੇ ਉਹਨੂੰ ਬੇਨਤੀ ਕੀਤੀ ਸੀ ਕਿ ਤੂੰ ਸੁਲਤਾਨ ਬਣ ਜਾ, ਤੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਉਹ ਫਿਰ ਰਾਜਗੱਦੀ 'ਤੇ ਬੈਠਣਾ ਮੰਨ ਗਿਆ ਸੀ। ਤੇ 8 ਸਤੰਬਰ 1320 ਨੂੰ ਉਹ ਰਾਜਗੱਦੀ 'ਤੇ ਬੈਠ ਗਿਆ ਸੀ ਤੇ ਉਹਨੇ ਸੁਲਤਾਨ ਗਿਆਸੁਦੀਨ ਤੁਗਲਕ ਦੀ ਉਪਾਧੀ ਧਾਰਨ ਕਰ ਲਈ ਸੀ। ਉਹ ਤੋਂ ਬਾਅਦ ਉਹਨੇ ਆਪਣੇ ਪੁੱਤਰਾਂ, ਰਿਸ਼ਤੇਦਾਰਾਂ ਤੇ ਮਿੱਤਰਾਂ ਨੂੰ ਵੀ ਵੱਖ-ਵੱਖ ਜਿਹੜੀਆਂ ਪਦਵੀਆਂ ਸੀ ਬਲਬਨ ਦੀ ਰੀਸ ਨਾਲ ਦਿੱਤੀਆਂ ਸੀਗੀਆਂ। ਜਦੋਂ ਉਹ ਰਾਜਗੱਦੀ 'ਤੇ ਬੈਠ ਗਿਆ ਸੀ ਤਾਂ ਉਹਨੂੰ ਕਾਫੀ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ, ਕਿਉਂਕਿ ਰਾਜ ਦੇ ਵੱਖ-ਵੱਖ ਥਾਵਾਂ ਦੇ ਉੱਪਰ ਬਗਾਵਤਾਂ ਹੋ ਰਹੀਆਂ ਸੀ। ਜਿਵੇਂ ਸਿੰਧ ਦਾ ਹਾਕਮ ਸੀ, ਉਹ ਬਗਾਵਤ ਕਰ ਰਿਹਾ ਸੀ, ਉਹਨੇ ਕਾਫੀ ਸਾਰੇ ਏਰੀਏ ਦੇ ਉੱਪਰ ਅਧਿਕਾਰ ਕਰ ਲਿਆ ਸੀ। ਗੁਜਰਾਤ ਦੇ ਵਿੱਚ ਵੀ ਅਸ਼ਾਂਤੀ ਫੈਲੀ ਹੋਈ ਸੀ। ਨਗੌਰ, ਜਲੌਰ ਦੇ ਪ੍ਰਦੇਸ਼ ਵੀ ਭਾਵੇਂ ਉਹ ਸਲਤਨਤ ਦਾ ਹਿੱਸਾ ਸੀ, ਪਰ ਉੱਥੇ ਵੀ ਜਿਹੜੇ ਰਾਜਪੂਤ ਸਰਦਾਰ ਸੀ ਉਹ ਵਾਰੀ-ਵਾਰੀ ਹਮਲੇ ਕਰ ਰਹੇ ਸੀ। ਬੰਗਾਲ ਦੇ ਵਿੱਚ ਵੀ ਸ਼ਮਸ਼ੂਦੀਨ ਫਿਰੋਜ਼ ਸੀ ਤੇ ਉਹਦੇ ਪੁੱਤਰ ਸੀ ਜਿਹੜੇ ਉਹਨਾਂ ਦੇ ਵਿੱਚ ਲੜਾਈ ਝਗੜੇ ਚੱਲ ਰਹੇ ਸੀਗੇ, ਜਿਹਦੇ ਕਾਰਨ ਜਿਹੜਾ ਰਾਜਾ ਸੀਗਾ ਦਿੱਲੀ ਦਾ ਮੇਨ ਗਿਆਸੁਦੀਨ ਤੁਗਲਕ, ਉਹਦੀ ਦਖਲ ਅੰਦਾਜ਼ੀ ਬਹੁਤ ਜ਼ਰੂਰੀ ਸੀ। ਤੇ ਉਸ ਸਮੇਂ ਉਹਦੇ ਰਾਜ ਪ੍ਰਬੰਧ ਦੀ ਹਾਲਤ ਵੀ ਕਾਫੀ ਜ਼ਿਆਦਾ ਵਿਗੜੀ ਹੋਈ ਸੀ। ਕਿਉਂ ਵਿਗੜੀ ਹੋਈ ਸੀ? ਕਿਉਂਕਿ ਜਿਹੜਾ ਖੁਸਰੋ ਸ਼ਾਹ ਸੀਗਾ ਪਹਿਲਾਂ, ਉਹਦੇ ਗਲਤ ਕੰਮਾਂ ਦੇ ਕਰਕੇ ਜਿਹੜਾ ਪੈਸਿਆਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਸੀ। ਤੇ ਇਸ ਸਮੇਂ ਜਿਹੜੀਆਂ ਗਿਆਸੁਦੀਨ ਤੁਗਲਕ ਵਾਸਤੇ ਸਮੱਸਿਆਵਾਂ ਸੀ ਕਾਫੀ ਜ਼ਿਆਦਾ ਔਖੀਆਂ ਸੀਗੀਆਂ ਤੇ ਸਾਰੀਆਂ ਸਮੱਸਿਆਵਾਂ 'ਤੇ ਉਹਨੇ ਹੌਲੀ ਹੌਲੀ ਕਰਕੇ ਕਾਬੂ ਪਾ ਲਿਆ ਸੀ।
ਉਸ ਤੋਂ ਨੈਕਸਟ ਪੁਆਇੰਟ ਹੈ ਜਿਹੜਾ ਉਹ ਹੈਗਾ ਵੀ ਰਾਜ ਪ੍ਰਬੰਧ ਉਹਨੇ ਕਿਵੇਂ ਚਲਾਇਆ, ਘਰੇਲੂ ਨੀਤੀ ਕਿਹੋ ਜਿਹੀ ਸੀ, ਕੀ ਸੁਧਾਰ ਕੀਤਾ ਉਹਨੇ ਪਹਿਲਾ ਪੁਆਇੰਟ ਕੀ ਕੀਤਾ ਸੀ ਕਿ ਆਪਦੀ ਸਥਿਤੀ ਨੂੰ ਮਜ਼ਬੂਤ ਕਰਨ ਵਾਸਤੇ ਸਰਦਾਰਾਂ ਅਤੇ ਜਿਹੜੇ ਲੋਕ ਸੀਗੇ ਆਮ ਲੋਕ ਉਹਨਾਂ ਨੂੰ ਆਪਦੇ ਵੱਲ ਖਿੱਚਣਾ ਸ਼ੁਰੂ ਕਰਤਾ ਸੀ ਉਹਨੇ। ਉਹ ਤੁਰਕ ਘਰਾਣੇ ਨਾਲ ਸੰਬੰਧ ਰੱਖਦਾ ਸੀ। ਦੂਜੇ ਪਾਸੇ ਜਿਹੜਾ ਖੁਸਰੋ ਸ਼ਾਹ ਸੀਗਾ ਉਹ ਭਾਰਤੀ ਮੁਸਲਮਾਨ ਸੀ ਅਤੇ ਇਸੇ ਕਰਕੇ ਹੀ ਬਹੁਤ ਸਾਰੇ ਜਿਹੜੇ ਤੁਰਕੀ ਸਰਦਾਰ ਸੀਗੇ ਉਹ ਗਾਜ਼ੀ ਤੁਗਲਕ ਦੇ ਨਾਲ ਹੀ ਮਿਲ ਗਏ ਸੀਗੇ ਅਤੇ ਉਹਨਾਂ ਨੇ ਖੁਸਰੋ ਸ਼ਾਹ ਨੂੰ ਹਰਾਉਣ ਦੇ ਵਿੱਚ ਵੀ ਉਹਦਾ ਸਾਥ ਦਿੱਤਾ ਸੀ। ਜਦੋਂ ਉਹ ਰਾਜਾ ਬਣ ਗਿਆ ਸੀ ਤਾਂ ਉਹਨੇ ਫਿਰ ਸਾਰੇ ਤੁਰਕੀ ਸਰਦਾਰਾਂ ਅਤੇ ਅਧਿਕਾਰੀਆਂ ਨੂੰ ਵੀ ਜਗੀਰਾਂ ਦੇ ਕੇ ਉਹਨਾਂ ਦੀ ਤਰੱਕੀ ਕਰਕੇ ਉਹਨਾਂ ਨੂੰ ਆਪਣੇ ਵੱਲ ਕਰ ਲਿਆ ਸੀ। ਕਈ ਇਹੋ ਜਿਹੇ ਸਰਦਾਰ ਸੀ ਜਿਨ੍ਹਾਂ ਦੀ ਭੂਮੀ ਜਾਂ ਜਗੀਰ ਜਿਹੜੀ ਅਲਾਉਦੀਨ ਖਿਲਜੀ ਨੇ ਖੋਹ ਲਈ ਸੀ ਉਹਨਾਂ ਨੂੰ ਵਾਪਸ ਕਰਤੀ ਸੀ ਅਤੇ ਜਿਹਦੇ ਨਾਲ ਲੋਕ ਸੀ ਜਿਹੜੇ ਉਹ ਤੋਂ ਸੈਟਿਸਫਾਈ ਹੋ ਗਏ ਸੀ ਅਤੇ ਉਹਦੇ ਸਮਰਥਕ ਬਣਨੇ ਸ਼ੁਰੂ ਹੋ ਗਏ ਸੀ। ਅਤੇ ਇਹਦੇ ਨਾਲ ਹੀ ਪਿਛਲਾ ਸੁਲਤਾਨ ਸੀ ਜਿਹੜਾ ਖੁਸਰੋ ਸ਼ਾਹ, ਉਹਨੇ ਖਿਲਜੀ ਦੇ ਜਿਹੜੇ ਸਮਰਥਕ ਸੀ ਉਹਨਾਂ ਦੀਆਂ ਜਗੀਰਾਂ ਖੋਲ੍ਹੀਆਂ ਸੀ ਅਤੇ ਉਹਨਾਂ ਨੂੰ ਉੱਚੀਆਂ ਸਰਕਾਰੀ ਪਦਵੀਆਂ ਤੋਂ ਵੀ ਵਾਂਝੇ ਕਰ ਦਿੱਤਾ ਗਿਆ ਸੀ। ਸਾਰਿਆਂ ਨੂੰ ਇਹਨੇ ਜਗੀਰਾਂ ਵਾਪਸ ਕਰਕੇ ਆਪਣੇ ਵੱਲ ਕਰ ਲਿਆ ਸੀਗਾ। ਉਹ ਤੋਂ ਬਾਅਦ ਉਹਨੇ ਕਿਸਾਨਾਂ ਦੀ ਹਾਲਤ ਨੂੰ ਸੁਧਾਰਨ ਦੀ ਵੀ ਕੋਸ਼ਿਸ਼ ਕੀਤੀ ਸੀ। ਅਲਾਉਦੀਨ ਖਿਲਜੀ ਦੇ ਸਮੇਂ ਜਿਹੜੀ ਮਿਣਤੀ ਪ੍ਰਣਾਲੀ ਚੱਲਦੀ ਸੀ ਉਹਨੂੰ ਹਟਾਤਾ ਸੀ ਉਹਨੇ, ਉਹਦੀ ਜਗ੍ਹਾ 'ਤੇ ਬਟਾਈ ਪ੍ਰਣਾਲੀ ਸ਼ੁਰੂ ਕਰਦੀ ਸੀ। ਇਹਦੇ ਨਾਲ ਜਿਹੜੇ ਕਿਸਾਨ ਸੀ ਉਹਨਾਂ ਨੂੰ ਵੀ ਪੈਦਾਵਾਰ ਦੇ ਵਿੱਚ ਫਾਇਦਾ ਹੋਣ ਲੱਗ ਗਿਆ ਸੀ ਅਤੇ ਫਸਲ ਦੀ ਜੇ ਕਿਸੇ ਕਾਰਨ ਪੈਦਾਵਾਰ ਘੱਟ ਹੁੰਦੀ ਸੀ ਤਾਂ ਉਹ ਜਿਹੜੇ ਕਿਸਾਨ ਹੁੰਦੇ ਸੀ ਉਹ ਸਰਕਾਰ ਨੂੰ ਲਗਾਨ ਦੇਣ ਤੋਂ ਬਚ ਜਾਂਦੇ ਸੀਗੇ। ਕਿਸਾਨਾਂ ਦਾ ਜਿਹੜਾ ਭੂਮੀ ਟੈਕਸ ਸੀਗਾ ਉਹ ਵੀ ਘੱਟ ਕਰਤਾ ਸੀ ਉਹਨੇ, ਜਿੰਨੀ ਉਪਜ ਹੁੰਦੀ ਸੀ ਉਹਦਾ 5ਵਾਂ ਹਿੱਸਾ ਨਿਸ਼ਚਿਤ ਕਰਤਾ ਸੀ। ਅਤੇ ਜਿਹੜੇ ਅਧਿਕਾਰੀ ਟੈਕਸ ਇਕੱਠਾ ਕਰਦੇ ਹੁੰਦੇ ਸੀ, ਖੇਤੀ ਨਾਲ ਸੰਬੰਧਿਤ ਲਗਾਨ ਪ੍ਰਬੰਧ ਸੀਗੇ, ਉਹਨਾਂ ਨੂੰ ਵੀ ਆਦੇਸ਼ ਦਿੱਤੇ ਸੀਗੇ ਕਿ ਜੇ ਉਪਜ ਵੱਧ ਜਾਂਦੀ ਆ ਅਤੇ ਭੂਮੀ ਕਰ ਨੂੰ ਵਧਾਉਣਾ ਜ਼ਰੂਰੀ ਹੋਵੇ ਤਾਂ ਇਹ ਵਾਧਾ ਪਹਿਲਾਂ ਨਿਸ਼ਚਿਤ ਜਿਹੜਾ ਕੀਤਾ ਗਿਆ ਭੂਮੀ ਕਰ ਉਹਦੇ ਅਕੋਰਡਿੰਗ ਹੀ ਕੀਤਾ ਜਾਵੇ। ਜਿਵੇਂ 1/10 ਜਾਂ 1/11 ਭੂਮੀ ਉਪਜ ਦਾ 10ਵਾਂ ਜਾਂ 11ਵਾਂ ਹਿੱਸਾ ਹੋਣਾ ਚਾਹੀਦਾ, ਇਸ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਉਹਨੇ ਪਿੰਡਾਂ ਦੇ ਜਿਹੜੇ ਲੰਬੜਦਾਰ ਸੀ ਜਿਹੜੇ ਭੂਮੀ ਟੈਕਸ ਲੈਣ ਦਾ ਕੰਮ ਕਰਦੇ ਸੀਗੇ ਉਹਨਾਂ ਨੂੰ ਵੀ ਕਾਫੀ ਸਾਰੀਆਂ ਸਹੂਲਤਾਂ ਦੇ ਦਿੱਤੀਆਂ ਸੀ ਅਤੇ ਅਲਾਉਦੀਨ ਖਿਲਜੀ ਦੇ ਰਾਜਕਾਲ ਤੋਂ ਪਹਿਲਾਂ ਜਿਹੜੀਆਂ ਉਹਨਾਂ ਨੂੰ ਮਿਲੀਆਂ ਹੋਈਆਂ ਸੀ। ਸਿੰਚਾਈ ਦੀਆਂ ਸਹੂਲਤਾਂ ਪ੍ਰਦਾਨ ਕਰਨ ਵਾਸਤੇ ਉਹਨੇ ਨਹਿਰਾਂ ਵੀ ਪਟਵਾਤੀਆਂ ਸੀ ਅਤੇ ਇਸੇ ਕਾਰਨ ਹੀ ਕਈ ਜਿਹੜੇ ਪਿੰਡ ਉੱਜੜ ਗਏ ਸੀਗੇ ਉਹ ਦੁਬਾਰਾ ਤੋਂ ਵਸਣੇ ਸ਼ੁਰੂ ਹੋ ਗਏ ਸੀ। ਇਹਦੇ ਨਾਲ ਸਰਕਾਰ ਦੀ ਆਮਦਨ ਦੇ ਵਿੱਚ ਵੀ ਵਾਧਾ ਹੋ ਗਿਆ ਸੀ ਅਤੇ ਕਿਸਾਨਾਂ ਦੀ ਹਾਲਤ ਸੀ ਜਿਹੜੀ ਉਹ ਪਹਿਲਾਂ ਨਾਲੋਂ ਚੰਗੀ ਹੋ ਗਈ ਸੀ। ਨੈਕਸਟ ਹੈ ਸੂਫੀ ਸੰਤਾਂ ਤੋਂ ਧਨ ਦੀ ਵਾਪਸੀ। ਉਹਨੇ ਆਰਡਰ ਕਰਤਾ ਸੀ ਕਿ ਜਿਹੜੇ ਵੀ ਸੂਫੀ ਸ਼ੇਖ ਜਾਂ ਮੌਲਵੀ ਨੇ ਉਹ ਸਾਰਿਆਂ ਤੋਂ ਧਨ ਵਾਪਸ ਲੈ ਲਿਆ ਜਾਏ ਜਿਹੜਾ ਉਹਨਾਂ ਨੂੰ ਖੁਸਰੋ ਸ਼ਾਹ ਨੇ ਦਿੱਤਾ ਸੀਗਾ ਫਰਾਖ ਦਿਲੀ ਦੇ ਨਾਲ। ਕਿਉਂ ਕੀਤਾ ਸੀ ਉਹਨੇ ਅਜਿਹਾ? ਉਹ ਸੋਚਦਾ ਸੀਗਾ ਕਿ ਜਿਹੜੀ ਸਰਕਾਰ ਦੀ ਵਿੱਤ ਵਿਵਸਥਾ ਉਹ ਚੰਗੀ ਹੋ ਜੇ। ਇਸੇ ਉਦੇਸ਼ ਨਾਲ ਉਹਨੇ ਸਾਰੇ ਸੂਫੀ ਸ਼ੇਖਾਂ ਅਤੇ ਮੌਲਵੀਆਂ ਨੂੰ ਕਿਹਾ ਸੀ ਧਨ ਵਾਪਸ ਕਰਨ ਦਿੱਤਾ ਜਾਵੇ। ਪਰ ਜਿਹੜਾ ਸ਼ੇਖ ਨਿਜ਼ਾਮੂਦੀਨ ਔਲੀਆ ਸੀ ਉਹਨੇ 5 ਲੱਖ ਟੰਕਿਆਂ ਦੀ ਰਕਮ ਸੀ ਜਿਹੜੀ ਉਹਨੇ ਸੁਲਤਾਨ ਖੁਸਰੋ ਤੋਂ ਪ੍ਰਾਪਤ ਕੀਤੀ ਹੋਈ ਸੀ, ਉਹਨੇ ਦੇਣ ਤੋਂ ਮਨ੍ਹਾ ਕਰਤਾ ਸੀ ਕਿਉਂਕਿ ਜਿਹੜਾ ਉਹ ਧਨ ਸੀ ਉਹਨੂੰ ਦਾਨ ਦੇ ਵਿੱਚ ਮਿਲਿਆ ਹੋਇਆ ਸੀ ਅਤੇ ਉਹਨੇ ਅੱਗੇ ਦਾਨ ਦੇਤਾ ਸੀ ਉਹ ਧਨ। ਪਹਿਲਾਂ ਤਾਂ ਜਿਹੜਾ ਸੁਲਤਾਨ ਸੀਗਾ ਗਿਆਸੂਦੀਨ ਤੁਗਲਕ ਉਹ ਔਲੀਆ ਦੇ ਵਿਰੁੱਧ ਭੜਕ ਗਿਆ ਸੀ, ਪਰ ਬਾਅਦ ਦੇ ਵਿੱਚ ਜਦੋਂ ਉਹਨੇ ਦੇਖਿਆ ਵੀ ਉਹ ਲੋਕ ਉਹਨੂੰ ਬਹੁਤ ਜ਼ਿਆਦਾ ਚਾਹੁੰਦੇ ਨੇ ਔਲੀਆ ਨੂੰ, ਇਸ ਕਰਕੇ ਉਹਨੇ ਉਹਦੇ ਵਿਰੁੱਧ ਫਿਰ ਕੋਈ ਵੀ ਕਾਰਵਾਈ ਨਹੀਂ ਕੀਤੀ ਸੀ। ਉਸ ਤੋਂ ਨੈਕਸਟ ਆ ਉਹਨੇ ਨਿਆਂ ਸੰਬੰਧੀ ਕਿਹੜੇ ਸੁਧਾਰ ਕੀਤੇ ਸੀ। ਉਹ ਤੋਂ ਜਿਹੜੇ ਪਹਿਲਾਂ ਦੇ ਅਧਿਕਾਰੀ ਸੀਗੇ ਕੁਤਬਦੀਨ ਮੁਬਾਰਕ ਸ਼ਾਹ ਅਤੇ ਖੁਸਰੋ ਸ਼ਾਹ, ਉਹਨਾਂ ਦੇ ਸਮੇਂ ਜਿਹੜੀ ਨਿਆਂ ਵਿਵਸਥਾ ਸੀਗੀ ਰਾਜ ਦੀ ਉਹ ਕਾਫੀ ਜ਼ਿਆਦਾ ਵਿਗੜ ਗਈ ਸੀ। ਉਹਨੇ ਫਿਰ ਉਦੋਂ ਬਾਅਦ ਕਿਸਾਨਾਂ ਅਤੇ ਦੂਜੇ ਲੋਕਾਂ ਤੋਂ ਸਰਕਾਰੀ ਕਰਜ਼ੇ ਵਸੂਲ ਕਰਨ ਵਾਸਤੇ ਉਹਨਾਂ ਨੂੰ ਸਰੀਰਕ ਦੰਡ ਦੇਣ 'ਤੇ ਮਨ੍ਹਾ ਕਰਤਾ ਸੀ। ਉਹ ਤੋਂ ਬਾਅਦ ਉਹਨੇ ਸਖਤ ਸਜ਼ਾਵਾਂ ਸੀ ਜਿਹੜੀਆਂ ਅਲਾਉਦੀਨ ਖਿਲਜੀ ਦੇ ਸਮੇਂ ਚੱਲਦੀਆਂ ਸੀ ਉਹ ਵੀ ਬੰਦ ਕਰਤੀਆਂ ਸੀ। ਸਿਰਫ ਚੋਰਾਂ ਡਾਕੂਆਂ ਅਤੇ ਜਿਹੜੇ ਸਰਕਾਰ ਨੂੰ ਧੋਖਾ ਦੇਣ ਵਾਲੇ ਅਪਰਾਧੀ ਹੁੰਦੇ ਸੀ ਉਹਨਾਂ ਨੂੰ ਹੀ ਤਸੀਹੇ ਦੇ ਕੇ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ, ਬਾਕੀ ਸਾਰੇ ਤਰ੍ਹਾਂ ਦੀਆਂ ਸਜ਼ਾਵਾਂ ਸੀ ਜਿਹੜੀਆਂ ਉਹ ਬੰਦ ਕਰਤੀਆਂ ਸੀ। ਉਸ ਤੋਂ ਬਾਅਦ ਉਹਨਾਂ ਨੇ ਡਾਕ ਵਿਵਸਥਾ ਦੇ ਵਿੱਚ ਸੁਧਾਰ ਕੀਤਾ ਸੀ, ਆਵਾਜਾਈ ਦੇ ਸਾਧਨਾਂ ਦੇ ਵਿੱਚ ਸੁਧਾਰ ਕੀਤਾ ਸੀ, ਸੜਕਾਂ ਪੁਲ ਅਤੇ ਨਹਿਰਾਂ ਬਣਵਾਈਆਂ ਅਤੇ ਉਹਦੇ ਸਮੇਂ ਦੇ ਵਿੱਚ ਜਿਹੜੀ ਡਾਕ ਵਿਵਸਥਾ ਸੀ ਉਹਦੀ ਵੀ ਕਾਫੀ ਜ਼ਿਆਦਾ ਉੱਨਤੀ ਹੋਈ ਸੀ। ਘੋੜੇ ਸੀ ਅਤੇ ਹਰਕਾਰਾਂ ਦੇ ਉੱਪਰ ਡਾਕ ਨੂੰ ਤੇਜ਼ੀ ਦੇ ਨਾਲ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਪਹੁੰਚਾ ਦਿੱਤਾ ਜਾਂਦਾ ਸੀ। ਇਹ ਵੀ ਅਨੁਮਾਨ ਲਾਇਆ ਜਾਂਦਾ ਵੀ ਉਹਦੇ ਸਮੇਂ ਦੇ ਵਿੱਚ 100 ਮੀਲਾਂ ਦੇ ਫਾਸਲੇ 'ਤੇ ਲਗਭਗ 12 ਘੰਟਿਆਂ ਦੇ ਵਿੱਚ ਕੋਈ ਵੀ ਡਾਕ ਸੀ ਜਿਹੜੀ ਉਹ ਪਹੁੰਚ ਜਾਂਦੀ ਸੀ।
ਉਸ ਤੋਂ ਨੈਕਸਟ ਪੁਆਇੰਟ ਹੈ, ਉਹਨੇ ਸੈਨਿਕ ਸੁਧਾਰ ਕੀ ਕੀਤੇ ਸੀਗੇ। ਆਪ ਉਹ ਤਜਰਬੇਕਾਰ ਸੀ ਅਤੇ ਵਧੀਆ ਸੈਨਾ ਨਾਇਕ ਵੀ ਸੀ, ਅਤੇ ਸੈਨਾ ਦਾ ਉਹਨੇ ਪੂਰੇ ਵਧੀਆ ਤਰੀਕੇ ਨਾਲ ਪੁਨਰਗਠਨ ਕੀਤਾ ਸੀ। ਜਿਹੜੀਆਂ ਅਲਾਊਦੀਨ ਖਿਲਜੀ ਦੇ ਸਮੇਂ ਪ੍ਰਚਲਿਤ ਕੀਤੀਆਂ ਹੋਈਆਂ ਸੀ, ਘੋੜਿਆਂ ਨੂੰ ਦਾਗਣ ਅਤੇ ਸੈਨਿਕਾਂ ਦਾ ਹੁਲੀਆ ਦਰਜ ਕਰਨ ਦੀਆਂ ਪ੍ਰਥਾਵਾਂ ਸੀਗੀਆਂ, ਉਹਨੇ ਵੀ ਸਖਤੀ ਦੇ ਨਾਲ ਲਾਗੂ ਕੀਤੀਆਂ ਸੀ। ਇਹ ਤੋਂ ਬਿਨਾਂ ਉਹਨੇ ਸੈਨਿਕਾਂ ਨੂੰ ਅਨੁਸ਼ਾਸਨ ਦੇ ਨਿਯਮਾਂ ਦੀ ਪਾਲਣਾ ਕਰਨ ਦਾ ਵੀ ਹੁਕਮ ਦਿੱਤਾ ਸੀ, ਅਤੇ ਨਾਲ ਹੀ ਉਹਨਾਂ ਦੀ ਹਾਲਤ ਸੁਧਾਰਨ ਦੇ ਵੀ ਯਤਨ ਕੀਤੇ ਸੀ। ਉਹਨੇ ਸੈਨਿਕਾਂ ਦੇ ਨਾਲ ਉਹਨਾਂ ਦੇ ਮਾਤਾ ਪਿਤਾ ਨਾਲੋਂ ਵੀ ਵੱਧ ਪਿਆਰ ਕਰਦਾ ਸੀ। ਉਹ ਤਨਖਾਹਾਂ ਅਤੇ ਭੱਤਿਆਂ ਦੇ ਵਿੱਚ ਵੀ ਵਾਧਾ ਕਰਤਾ ਸੀ ਉਹਨਾਂ ਦੇ ਵਿੱਚ। ਅਤੇ ਇਸ ਤਰ੍ਹਾਂ ਉਹਨੇ ਕੀ ਕੀਤਾ ਸੀ, ਜਿਹੜੀ ਉਹਦੀ ਸੈਨਾ ਸੀ ਉਹਨੂੰ ਇੰਨਾ ਸ਼ਕਤੀਸ਼ਾਲੀ ਬਣਾਤਾ ਸੀ ਕਿ ਹੌਲੀ ਹੌਲੀ ਉਹਨੂੰ ਦੱਖਣ ਵਾਲੇ ਪਾਸੇ ਮੁਹਿੰਮ ਦੇ ਵਿੱਚ ਉਹਨਾਂ ਨੂੰ ਭੇਜਣ ਬਾਰੇ ਵੀ ਸੋਚਣ ਲੱਗ ਗਿਆ ਸੀ। ਉਹਨੇ ਵਿਦੇਸ਼ ਨੀਤੀ ਕਿਹੋ ਜਿਹੀ ਅਪਣਾਈ ਸੀਗੀ, ਮਹਾਨ ਸਾਮਰਾਜਵਾਦੀ ਸੀ, ਵੱਧ ਤੋਂ ਵੱਧ ਇਲਾਕਿਆਂ ਦੇ ਉੱਪਰ ਕਬਜ਼ਾ ਕਰਨਾ ਚਾਹੁੰਦਾ ਸੀ, ਅਤੇ ਉਹਨੂੰ ਸਾਰੇ ਇਲਾਕਿਆਂ ਨੂੰ ਉਹ ਦਿੱਲੀ ਸਲਤਨਤ ਦੇ ਵਿੱਚ ਸ਼ਾਮਲ ਕਰਨਾ ਚਾਹੁੰਦਾ ਸੀ। ਵਿਦੇਸ਼ ਨੀਤੀ ਦੇ ਵਿੱਚ ਉਹਨੇ ਰਾਜਾਂ ਨੂੰ ਆਪਣੇ ਅਧੀਨ ਕਰਨ ਦੀ, ਜੋ ਖੁਸਰੋ ਸ਼ਾਹ ਦੀ ਕਮਜ਼ੋਰੀ ਕਾਰਨ ਦਿੱਲੀ ਦੇ ਹੀਨਤਾ ਤਿਆਗ ਕੇ ਆਜ਼ਾਦ ਹੋ ਗਏ ਸੀ, ਅਤੇ ਉਹਨਾਂ ਨੂੰ ਉਹ ਦੁਬਾਰਾ ਆਪਣੇ ਇਲਾਕਿਆਂ ਦੇ ਵਿੱਚ ਮਿਲਾਉਣਾ ਚਾਹੁੰਦਾ ਸੀ। ਪਰ ਉਹ ਇੰਨੇ ਕੁ ਇਲਾਕਿਆਂ ਨੂੰ ਆਪਦੇ ਅਧੀਨ ਕਰਕੇ ਜ਼ਿਆਦਾ ਸੈਟਿਸਫਾਈ ਨਹੀਂ ਹੋ ਪਾਉਂਦਾ ਸੀ। ਇਸ ਕਰਕੇ ਉਹਨੇ ਕੀ ਕੀਤਾ, ਹੋਰ ਜ਼ਿਆਦਾ ਇਲਾਕਿਆਂ ਨੂੰ ਆਪਦੇ ਦਿੱਲੀ ਸਲਤਨਤ ਦੇ ਵਿੱਚ ਸ਼ਾਮਲ ਕਰਨ ਦਾ ਚਾਹਵਾਨ ਸੀ। ਇਸੇ ਵਜ੍ਹਾ ਕਰਕੇ ਉਹਨੇ ਫਿਰ ਸੈਨਿਕ ਮੁਹਿੰਮਾਂ ਕੀਤੀਆਂ ਕਈ। ਸਭ ਤੋਂ ਪਹਿਲਾਂ ਸੀ ਜਿਹੜੀ ਉਹਦੀ ਜਿੱਤ ਸੀ, ਉਹ ਸੀ ਵਰੰਗਲ ਦੀ ਜਿੱਤ। 1321 ਦੇ ਵਿੱਚ ਇੱਕ ਵਰੰਗਲ ਦਾ ਹਾਕਮ ਸੀਗਾ ਪ੍ਰਤਾਪ ਰੁਦਰ ਦੇਵ, ਉਹਦੇ ਵਿਰੁੱਧ ਉਹਨੇ ਆਪਦੇ ਮੁੰਡੇ ਨੂੰ ਭੇਜਿਆ ਸੀ, ਜੂਨਾ ਖਾਂ ਨੂੰ, ਵੀ ਉਹਦੀ ਅਗਵਾਈ ਦੇ ਵਿੱਚ ਮੁਹਿੰਮ ਭੇਜੀ ਸੀ, ਜਿਹਨੂੰ ਉਹਨੇ ਉਲਗ ਖਾਂ ਦੀ ਉਪਾਧੀ ਦਿੱਤੀ ਹੋਈ ਸੀ। ਉਹਨੇ ਜਾ ਕੇ ਉੱਥੇ ਵਰੰਗਲ ਦੇ ਵਿੱਚ 6 ਮਹੀਨੇ ਘੇਰਾਬੰਦੀ ਕਰੀ ਰੱਖੀ। 6 ਮਹੀਨਿਆਂ ਦੀ ਘੇਰਾਬੰਦੀ ਪਿੱਛੋਂ ਜਿਹੜਾ ਰੁਦਰਦੇਵ ਸੀ ਉਹਨੇ ਵੀ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ, ਅਤੇ ਉਹਨੇ ਕੀ ਕੀਤਾ, ਜਿਹੜੇ ਦਿੱਲੀ ਨੂੰ ਆਉਣ ਜਾਣ ਵਾਲੇ ਰਸਤੇ ਸੀ ਉਹ ਸਾਰੇ ਬੰਦ ਕਰਤੇ ਸੀ। ਉਹ ਤੋਂ ਬਾਅਦ ਜਿਹੜਾ ਉਲਗ ਖਾਂ ਸੀ ਉਹਨੂੰ ਸਫਲ ਹੋ ਕੇ ਪਿੱਛੇ ਹਟਣਾ ਪਿਆ, ਅਤੇ ਕਈ ਜਿਹੜੇ ਇਹੋ ਜਿਹੇ ਸੈਨਿਕ ਵੀ ਸੀਗੇ ਗਿਆਸੂਦੀਨ ਤੁਗਲਕ ਦੇ, ਜਿਨ੍ਹਾਂ ਨੇ ਉਹਦੇ ਨਾਲ ਗਦਾਰੀ ਕੀਤੀ ਸੀ। ਉਹਨਾਂ ਸੈਨਿਕਾਂ ਅਤੇ ਅਧਿਕਾਰੀਆਂ ਨੂੰ ਉਹਨੇ ਸਖਤ ਸਜ਼ਾਵਾਂ ਦਿੱਤੀਆਂ ਸੀ। ਉਹਨਾਂ ਦੇ ਸਿਰ ਧੜ ਤੋਂ ਅਲੱਗ ਕਰ ਦਿੱਤੇ ਸੀ, ਅਤੇ ਕਈਆਂ ਨੂੰ ਤਾਂ ਉਹਨੇ ਫਿਰ ਹਾਥੀਆਂ ਦੇ ਪੈਰਾਂ ਥੱਲੇ ਵੀ ਕੁਚਲਵਾ ਕੇ ਮਾਰ ਦਿੱਤਾ ਸੀ। ਫਿਰ ਕੁਝ ਕੁ ਮਹੀਨਿਆਂ ਬਾਅਦ ਉਲਗ ਖਾਂ ਨੇ ਕਾਫੀ ਸਾਰੀ ਸੈਨਾ ਲੈ ਕੇ ਵਰੰਗਲ ਦੇ ਉੱਤੇ ਦੁਬਾਰਾ ਫਿਰ ਹਮਲਾ ਕਰਤਾ ਸੀ। ਉਦੋਂ ਜਿਹੜਾ ਪ੍ਰਤਾਪ ਰੁਦਰਦੇਵ ਸੀ ਉੱਥੋਂ ਦਾ ਰਾਜਾ, ਉਹ ਲੜਨ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਸੀ, ਅਤੇ 5 ਮਹੀਨੇ ਘੇਰਾਬੰਦੀ ਫੇਰ ਕੀਤੀ ਗਈ, ਅਤੇ ਉਦੋਂ ਬਾਅਦ ਜਿਹੜਾ ਵਰੰਗਲ ਦਾ ਕਿਲ੍ਹਾ ਸੀ ਉਹਨੂੰ ਜਿੱਤ ਲਿਆ ਸੀ ਗਿਆਸੂਦੀਨ ਤੁਗਲਕ ਨੇ। ਜਿਹੜਾ ਪ੍ਰਤਾਪ ਰੁਦਰਦੇਵ ਸੀ ਉਹਨੂੰ ਫਿਰ ਕੈਦੀ ਬਣਾ ਕੇ ਦਿੱਲੀ ਭੇਜ ਦਿੱਤਾ ਗਿਆ ਸੀ, ਅਤੇ ਜਿਹੜਾ ਵਰੰਗਲ ਦਾ ਏਰੀਆ ਸੀ ਉਹਦਾ ਨਾਮ ਰੱਖਤਾ ਸੀਗਾ ਸੁਲਤਾਨਪੁਰ। ਉਸ ਤੋਂ ਬਾਅਦ ਫਿਰ ਉਹਨੇ ਜਿਹੜੇ ਮੰਗੋਲ ਸੀਗੇ 1324 ਦੇ ਵਿੱਚ ਉਹਨਾਂ ਦੇ ਪ੍ਰਦੇਸ਼ਾਂ 'ਤੇ ਹਮਲਾ ਕੀਤਾ ਸੀ। ਮੰਗੋਲਾਂ 'ਤੇ ਹਮਲਾ ਕਰਨ ਲਈ ਉਹਨੇ ਸਮਾਣਾ ਦਾ ਸੂਬੇਦਾਰ ਸੀ ਇੱਕ ਗੁਰਸ਼ਸਪ, ਉਹਦੀ ਸਹਾਇਤਾ ਲਈ ਸੀ, ਅਤੇ ਇੱਕ ਉਹਨੇ ਆਪਦਾ ਜਿਹੜਾ ਗਵਰਨਰ ਸੀ ਮਲਕ ਸ਼ਾਦੀ, ਉਹਦੀ ਅਗਵਾਈ ਦੇ ਵਿੱਚ ਮੰਗੋਲਾਂ ਵਿਰੁੱਧ ਸੈਨਾ ਭੇਜਤੀ ਸੀ। ਮੰਗੋਲਾਂ ਨੂੰ ਹਰਾਤਾ ਸੀ, ਅਤੇ ਉਹ ਤੋਂ ਬਾਅਦ ਕੈਦੀ ਬਣਾ ਕੇ ਉਹਨਾਂ ਨੂੰ ਦਿੱਲੀ ਲਿਆਂਦਾ ਗਿਆ ਸੀ। ਉਸ ਤੋਂ ਬਾਅਦ ਉਹਨੇ ਬੰਗਾਲ ਦੇ ਉੱਪਰ ਜਿੱਤ ਪ੍ਰਾਪਤ ਕੀਤੀ ਸੀ। ਬੰਗਾਲ ਦੇ ਉੱਪਰ ਜਿੱਤ ਪ੍ਰਾਪਤ ਕਰਕੇ ਉਹਨੂੰ ਦਿੱਲੀ ਸਲਤਨਤ ਦੇ ਵਿੱਚ ਹੀ ਸ਼ਾਮਲ ਕਰ ਲਿਆ ਸੀ, ਅਤੇ ਤਤਾਰ ਖਾਨ ਨੂੰ ਇਹਨਾਂ ਦਾ ਸੂਬੇਦਾਰ ਨਿਯੁਕਤ ਕਰਤਾ ਸੀ। ਬੰਗਾਲ ਤੋਂ ਬਾਅਦ ਇੱਕ ਜਿੱਤ ਉਹਨੇ ਪ੍ਰਾਪਤ ਕੀਤੀ ਸੀ ਤਿਰਹੁਤ 'ਤੇ। ਬੰਗਾਲ ਤੋਂ ਜਦੋਂ ਉਹ ਵਾਪਸ ਮੁੜ ਰਿਹਾ ਸੀ ਤਾਂ ਉਹਨੇ ਤਿਰਹੁਤ ਦਾ ਰਾਜਾ ਸੀ ਇੱਕ ਹਰ ਸਿੰਘ ਦੇਵਾ, ਉਹਨੂੰ ਹਰਾ ਕੇ ਤਿਰਹੁਤ ਨੂੰ ਵੀ ਫਤਿਹ ਕਰ ਲਿਆ ਸੀ, ਅਤੇ ਅਹਿਮਦ ਖਾਨ ਨੂੰ ਉੱਥੋਂ ਦਾ ਸੂਬੇਦਾਰ ਬਣਾ ਕੇ ਆਪ ਉਹ ਦਿੱਲੀ ਵਾਪਸ ਆ ਗਿਆ ਸੀ। ਜਦੋਂ ਉਹ ਇੰਨੀਆਂ ਜਿੱਤਾਂ ਪ੍ਰਾਪਤ ਕਰਕੇ ਵਾਪਸ ਆ ਰਿਹਾ ਸੀ ਤਾਂ ਉਹਦਾ ਜਿਹੜਾ ਮੁੰਡਾ ਸੀ ਉਲਗ ਖਾਂ, ਉਹਨੇ ਉਹਦੇ ਸਵਾਗਤ ਵਾਸਤੇ ਇੱਕ ਦਿੱਲੀ ਤੋਂ ਦੱਖਣ ਪੂਰਬ ਵੱਲ 10 ਕਿਲੋਮੀਟਰ ਦੀ ਦੂਰੀ 'ਤੇ ਪਿੰਡ ਸੀਗਾ ਅਫਗਾਨਪੁਰ, ਉਸ ਪਿੰਡ ਦੇ ਵਿੱਚ ਉਹਨੇ ਲੱਕੜ ਦਾ ਇੱਕ ਵਿਸ਼ੇਸ਼ ਸਭਾ ਮੰਡਪ ਬਣਾਤਾ ਸੀ ਉਹਦੇ ਸਵਾਗਤ ਲਈ, ਕਿ ਉਹ ਜਿੱਤ ਕੇ ਆ ਰਿਹਾ, ਇੰਨੀਆਂ ਜਿੱਤਾਂ ਪ੍ਰਾਪਤ ਕਰ ਰਿਹਾ। ਜਦੋਂ ਉੱਥੇ ਜਿਹੜਾ ਉਹ ਰਾਜਾ ਸੀ ਗਿਆਸੂਦੀਨ ਤੁਗਲਕ ਬੈਠਾ ਉੱਥੇ ਭੋਜਨ ਛਕ ਰਿਹਾ ਸੀ, ਤਾਂ ਉਹਦਾ ਸਨਮਾਨ ਕਰਨ ਵਾਸਤੇ ਉਹਨੇ ਕੀ ਕੀਤਾ, ਜਿਹੜਾ ਮੰਡਪ ਬਣਿਆ ਹੋਇਆ ਸੀ ਲੱਕੜ ਦਾ, ਉਹਦੇ ਚਾਰੇ ਪਾਸੇ ਜਿਹੜੇ ਬੰਗਾਲ ਦੇ ਹਾਥੀ ਸੀ ਉਹ ਘੁਮਾਉਣ ਦਾ ਹੁਕਮ ਦੇਤਾ। ਹਾਥੀ ਜਦੋਂ ਇੱਕ ਦੂਜੇ ਨਾਲ ਟਕਰਾ ਗਏ ਤਾਂ ਜਿਹੜਾ ਉਹ ਮੰਡਪ ਸੀ ਉਹ ਡਿੱਗ ਗਿਆ ਸੀ, ਅਤੇ ਗਿਆਸੂਦੀਨ ਤੁਗਲਕ ਉਹਦੇ ਥੱਲੇ ਦਬ ਕੇ ਮਰ ਗਿਆ ਸੀ।
ਕਈ ਤਾਂ ਜਿਹੜੇ ਸਾਹਿਤਕਾਰ ਨੇ ਉਹ ਐਂ ਕਹਿੰਦੇ ਨੇ ਕਿ ਜਿਹੜੀ ਉਹਦੀ ਮੌਤ ਸੀਗੀ ਗਿਆਸੁਦੀਨ ਤੁਗਲਕ ਦੀ, ਉਹ ਉਲਗ ਖਾਨ ਦੀ ਸਾਜ਼ਿਸ਼ ਕਰਕੇ ਹੋਈ ਹੈ। ਪਰ ਕਈ ਐਵੇਂ ਕਹਿੰਦੇ ਨੇ ਕਿ ਇਹ ਉਹਦੀ ਸਾਜ਼ਿਸ਼ ਨਹੀਂ ਸੀ, ਅਚਾਨਕ ਦੁਰਘਟਨਾ ਦੇ ਕਾਰਨ ਹੀ ਉਹਦੀ ਮੌਤ ਹੋਈ ਹੈ। ਫਿਰ ਵੀ ਕੁੱਲ ਮਿਲਾ ਕੇ ਜਿਹੜਾ ਗਿਆਸੁਦੀਨ ਤੁਗਲਕ ਸੀ ਉਹ ਸਫਲ ਸ਼ਾਸਕ ਵੀ ਸੀ। ਉਹਨੇ ਜਿੰਨੀਆਂ ਵੀ ਬਗਾਵਤਾਂ ਹੋਈਆਂ ਸੀ ਉਹਨਾਂ ਨੂੰ ਸਫਲਤਾਪੂਰਵਕ ਦਬਾਤਾ ਸੀ, ਅਤੇ ਸ਼ਾਸਨ ਪ੍ਰਬੰਧ ਸੀ ਜਿਹੜੀ ਉਹਦੀ ਵਧੀਆ ਵਿਵਸਥਾ ਕੀਤੀ ਹੋਈ ਸੀ। ਨਿਆਂ ਪਸੰਦ ਵੀ ਸੀ ਉਹ ਤੋਂ ਬਿਨਾਂ ਉਹਨੇ ਭਵਨ ਉਸਾਰੀ ਕਲਾ ਅਤੇ ਸਾਹਿਤ ਦਾ ਵੀ ਕਾਫੀ ਜ਼ਿਆਦਾ ਸਰਪ੍ਰਸਤੀ ਦਿੱਤੀ ਹੋਈ ਸੀ। ਉਹਨੇ ਕੁਤਬ ਮੀਨਾਰ ਦੇ ਪੂਰਬ ਵਾਲੇ ਪਾਸੇ ਤੁਗਲਕਾਬਾਦ ਨਾਮੀ ਇੱਕ ਸ਼ਹਿਰ ਦੀ ਸਥਾਪਨਾ ਵੀ ਕੀਤੀ ਸੀ, ਅਤੇ ਇਹਦੇ ਅੰਦਰ ਕਿਲ੍ਹਾ ਅਤੇ ਰਾਜ ਮਹਿਲ ਵੀ ਬਣਾਤਾ ਸੀ, ਅਤੇ ਇਹਦੇ ਨੇੜੇ ਹੀ ਇੱਕ ਗਿਆਸੁਦੀਨ ਤੁਗਲਕ ਦਾ ਮਕਬਰਾ ਵੀ ਬਣਵਾਇਆ ਗਿਆ ਉਸ ਤੋਂ ਬਾਅਦ, ਜਿਹੜਾ ਸੰਗਮਰਮਰ ਦਾ ਬਣਿਆ ਹੋਇਆ। ਅਤੇ ਉਹਨੇ ਜਿਹੜੇ ਕਵੀ ਸੀ ਉਹਨਾਂ ਨੂੰ ਵੀ ਉਹ ਖੁੱਲ੍ਹੇ ਦਿਲ ਨਾਲ ਸਰਪ੍ਰਸਤੀ ਦਿੰਦਾ ਸੀ, ਜਿਵੇਂ ਅਮੀਰ ਖੁਸਰੋ ਅਤੇ ਹਸਨ ਨਿਜ਼ਾਮੀ ਸੀ ਜਿਹੜਾ, ਉਹ ਉਹਦੇ ਦਰਬਾਰੀ ਕਵੀ ਸੀ। ਅਤੇ ਇਹ ਸੀ ਅੱਜ ਦਾ ਆਪਣਾ ਟੌਪਿਕ ਜਿਹੜਾ ਗਿਆਸੁਦੀਨ ਤੁਗਲਕ ਨਾਲ ਰਿਲੇਟਡ ਸੀ। ਜੋ ਆਪਣੀ ਨੈਕਸਟ ਵੀਡੀਓ ਹੋਊਗੀ ਉਹਦੇ ਵਿੱਚ ਆਪਾਂ ਕਰਾਂਗੇ ਜਿਹੜਾ ਤੁਗਲਕ ਵੰਸ਼ ਦਾ ਸੈਕਿੰਡ ਸੀਗਾ ਰਾਜਾ ਮੁਹੰਮਦ ਬਿਨ ਤੁਗਲਕ 1325 ਤੋਂ ਲੈ ਕੇ 1351 ਈਸਵੀ ਤੱਕ। ਉਮੀਦ ਹੈ ਕਿ ਤੁਹਾਨੂੰ ਟੌਪਿਕ ਸਮਝ ਆ ਗਿਆ ਹੋਊਗਾ। ਥੈਂਕਸ ਐਂਡ ਹੈਵ ਅ ਵੰਡਰਫੁਲ ਡੇ।